ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਇਕ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਹੈ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। हम संतन की रेन प्यारे, हम संतन की सरना। संत हमारी ऊट सुतानी, संत हमारा गहना। संत हमारा गहना है जिंद मेरी, संत हमारा गहना है जिंद मेरी। संत हमारा गहना है जिंद मेरी, संत हमारा गहना है जिंद मेरी। संत हमारा गहना है जिंद मेरी, संत हमारा गहना है जिंद मेरी। संत हमारा गहना, संत हमारा गहना, संत हमारा गहना, संत हमारा गहना। संत हमारा गहना, संत हमारा गहना, संत हमारा गहना, संत हमारा गहना। संत हमारा गहना जी, संत हमारा गहना, संत हमारा गहना, संत हमारा गहना। संत हमारा गहना, संत हमारा गहना, संत हमारा गहना जी, संत हमारा गहना। संत हमारा गहना है जिंद मेरी, संत हमारा गहना है जिंद मेरी। संत हमारा गहना है जिंद मेरी, संत हमारा गहना है जिंद मेरी। संत हमारा गहना है जिंद मेरी, संत हमारा गहना है जिंद मेरी। संत हमारा गहना है जिंद मेरी, संत हमारा गहना है जिंद मेरी। जिन्हें सतगुर पुरख मनाया, तिनानू सारा जग पूजदा। 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 तिनानू सारा जी जग पूजदा। तिनानू सारा जग पूजदा। तिनानू
ਸਾਰਾ ਜੀ ਜਗ ਪੂਜਦਾ, ਤਿਨਾਂ ਨੂੰ ਸਾਰਾ ਜਗ ਪੂਜਦਾ, ਤਿਨਾਂ ਨੂੰ ਸਾਰਾ ਜੀ ਜਗ ਪੂਜਦਾ, ਤਿਨਾਂ ਨੂੰ ਸਾਰਾ ਜੀ ਜਗ ਪੂਜਦਾ। ਜਿਨੀ ਸਤਿਗੁਰ ਪੁਰਖ ਬਣਾਇਆ, ਤਿਨਾਂ ਨੂੰ ਸਾਰਾ ਜਗ ਪੂਜਦਾ, ਜਿਨੀ ਸਤਿਗੁਰ ਪੁਰਖ ਬਣਾਇਆ, ਤਿਨਾਂ ਨੂੰ ਸਾਰਾ ਜਗ ਪੂਜਦਾ। ਸਤਿਗੁਰ ਪੁਰਖ ਬਣਾਇਆ, ਤਿਨਾਂ ਨੂੰ ਸਾਰਾ ਜਗ ਪੂਜਦਾ, ਜਿਨੇ ਸਤਿਗੁਰ ਪੁਰਖ ਬਣਾਇਆ, ਤਿਨਾਂ ਨੂੰ ਸਾਰਾ ਜਗ ਪੂਜਦਾ। ਜਨਮ ਮਰਨ ਤੂੰ ਮੈਂ ਨਾਹੀ ਜਨ ਸਾਰੇ ਉਪਕਾਰੀ ਆਏ, ਦਾਨ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਜੁਗੋ ਜੁਗ ਅਟਲ ਜਬਰ ਤਖਤ ਦੇ ਮਾਲਕ ਗੁਰਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੀ ਹੀ ਦੁਨੀਆ ਦੇ ਸਾਂਝੇ ਰਹਿਬਰ ਦਸਾਂ ਪਾਤਸ਼ਾਹੀਆਂ ਦੇ ਆਤਮ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਓ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਫਤਿਹ ਉਚਾਰੋ, ਫਤਿਹ ਦੀ ਸਾਂਝ ਪਾਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਫਤਿਹ ਦਾ ਉਚਾਰਨ ਕਰੀਏ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਹੀ ਬਖਸ਼ਿਸ਼ ਕਿਰਪਾ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਦੁਨੀਆ ਦੇ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਗੁਰੂ ਚਰਨਾਂ ਦੇ ਵਿੱਚ ਬੈਠਣ ਦਾ ਸਮਾਂ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਬਹੁਤ ਵੱਡਾ ਲਾਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਹੈ। ਸਾਧ ਸੰਗਤ ਜੀ ਜਿਹੜੀ ਦੁਰਮਤ ਹੈ ਨਾ, ਦੁਰਮਤ ਭੈੜੀ ਮਤ, ਦੁਨੀਆ ਦੇ ਵਿੱਚ ਸਾਧ ਸੰਗਤ ਜੀ ਬਹੁਤ ਤਰ੍ਹਾਂ ਦੇ ਡਾਕਟਰ ਨੇ। ਸਾਡੇ ਸਰੀਰ ਦੇ ਹਰ ਇੱਕ ਪਾਰਟ ਦਾ ਜੋ ਇਲਾਜ ਹੈ, ਸਰੀਰ ਦੇ ਕਿਸੇ ਵੀ ਹਿੱਸੇ ਦਾ ਇਲਾਜ ਦੁਨੀਆ ਵਿੱਚ ਹੋ ਸਕਦਾ ਹੈ, ਪਰ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਐਸਾ ਕੋਈ ਨਹੀਂ ਜਿਹੜਾ ਦੁਰਮਤ ਕੱਢ ਦੇਵੇ ਮਨ ਚੋਂ। ਜਿਹੜਾ ਭੈੜੀ ਮਤ ਕਿਸੇ ਬੰਦੇ ਦੇ ਅੰਦਰੋਂ ਕੱਢ ਦੇਵੇ ਮਨ ਚੋਂ, ਐਸਾ ਦੁਨੀਆ 'ਚ ਕੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ ਬੇਨਤੀ ਰੂਪ 'ਚ, ਮਹਾਰਾਜ ਜੀ ਜੇ ਦੁਨੀਆ ਦੇ ਵਿੱਚ ਕੋਈ ਐਸਾ ਨਹੀਂ ਦਿਸਦਾ ਜਿਹੜਾ ਦੁਰਮਤ ਕੱਢ ਦੇਵੇ, ਭੈੜੀ ਮਤ ਕੱਢ ਦੇਵੇ, ਫਿਰ ਸਾਡੇ ਮਨਾਂ ਦੇ ਅੰਦਰੋਂ, ਸਾਡੇ ਹਿਰਦਿਆਂ ਦੇ ਵਿੱਚੋਂ ਭੈੜੀ ਮਤ ਕਿਵੇਂ ਨਿਕਲੇ? ਕਿਵੇਂ ਸਾਡਾ ਮਨ ਨਿਰਮਲ ਹੋ ਜਾਵੇ? ਸਾਡੇ ਮਨ ਦੇ ਵਿੱਚੋਂ ਭੈੜੀ ਮਤ, ਸਾਡੇ ਮਨ ਵਿੱਚੋਂ ਦੁਰਮਤ, ਮਾੜੇ ਖਿਆਲ ਸਾਡੇ ਅੰਦਰੋਂ ਕਿਵੇਂ ਨਿਕਲਣ? ਕੋਈ ਤਾਂ ਸਾਧਨ ਹੋਊ ਨਾ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਤਾਈਂ ਉਪਦੇਸ਼ ਦਿੰਦੇ, ਕਿਉਂਕਿ ਹਰ ਇੱਕ ਚੀਜ਼ ਦਾ ਜਵਾਬ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹੈ। ਜਿਹੜੇ ਗੁਰਬਾਣੀ ਨੂੰ ਪੜ੍ਹਦੇ ਨੇ, ਜਿਹੜੇ ਗੁਰਬਾਣੀ ਨੂੰ ਵਿਚਾਰਦੇ ਨੇ, ਉਹਨਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ
ਕੀ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ। ਮਨੁੱਖ ਦੇ ਜੰਮਣ ਤੋਂ ਲੈ ਕੇ ਮਨੁੱਖ ਦੇ ਮਰਨ ਤੱਕ ਹਰ ਇੱਕ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਮਰਨ ਤੋਂ ਪਹਿਲਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਮਰਨ ਤੋਂ ਬਾਅਦ ਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹੈ, ਔਰ ਜੀਵਨ ਕਾਲ ਦੇ ਵਿੱਚ ਹੋਣ ਵਾਲਾ ਸਾਰਾ ਪਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਦੀ ਸਮੁੱਚੀ ਬਾਣੀ ਲਪੇਟੀ ਬੈਠੀ ਹੈ। ਸਾਰਾ ਕੁਝ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋਗੇ ਉਹੀ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮਿਲੂਗਾ। ਜੋ ਵੀ ਪੁੱਛਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਜਵਾਬ ਨੇ। ਹਾਜ਼ਰ ਜਵਾਬ ਤੋਂ ਭਾਵ ਹੈ ਵੀ ਜੋ ਵੀ ਪੁੱਛਿਆ ਜਾਵੇ ਉਹਦੇ ਬਾਰੇ ਆਪਾਂ ਕਹਿ ਦਿੰਦੇ ਨੇ ਆਹ ਬੰਦਾ ਬੜਾ, ਇਹ ਬੰਦਾ ਬੜਾ ਚਤੁਰ ਹੈ, ਇਹਨੂੰ ਜੋ ਵੀ ਤੁਸੀਂ ਪੁੱਛੋਗੇ ਉਹੀ ਦੱਸ ਦੇਗਾ। ਆ ਤਾਂ ਗੂਗਲ ਬੁਆਏ ਹੈ, ਜਿਵੇਂ ਨੈਟ ਦੇ ਵਿੱਚ ਗੂਗਲ ਹੈ ਨਾ, ਗੂਗਲ ਜਿਹੜਾ ਅੱਖਰ ਬੋਲੋਗੇ ਉਹੀ ਸਰਚ ਮਾਰੋਗੇ ਬੋਲ ਕੇ ਉਹੀ ਸਾਹਮਣੇ ਆ ਜੂ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੂਗਲਾਂ ਦੇ ਵੀ ਗੂਗਲ ਨੇ, ਭਾਵ ਜੋ ਸੋਚ ਵੀ ਲਿਆ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਵਾਬ ਹੈ। ਤਾਈਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੀਨ ਦੁਨੀਆ ਦੇ ਮਾਲਕ ਦੱਸਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਕੋਈ ਵੀ ਦੁਨੀਆ ਦਾ ਐਸਾ ਬੰਦਾ ਨਹੀਂ ਜਿਹੜਾ ਤੇਰੇ ਵਿੱਚੋਂ ਦੁਰਮਤ ਕੱਢ ਦਵੇਗਾ, ਭੈੜੀ ਮਤ ਕੱਢ ਦਵੇਗਾ। ਸੱਚੇ ਪਾਤਸ਼ਾਹ ਕੋਈ ਤਾਂ ਤਰੀਕਾ ਹੋਊ ਨਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਵੱਡ ਭਾਗੀ ਸਾਧ ਸੰਗ ਪ੍ਰਾਪਤ। ਬੜੀਆਂ ਸੌਖੀਆਂ ਤੁਕਾਂ ਨੇ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਭੇਟਤ ਤੋਂ ਭਾਵ ਹੀ ਮਿਲਣ ਨੂੰ ਕਹਿੰਦੇ ਨੇ, ਜੁੜਨ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਸਤ ਸੰਗਤ ਹੈ ਨਾ, ਜਿਹੜੀ ਗੁਰੂ ਕੀ ਸੰਗਤ ਹੈ, ਜਿਵੇਂ ਆਪਾਂ ਹੁਣ ਬੈਠੇ ਗੁਰੂ ਚਰਨਾਂ ਦੇ ਵਿੱਚ ਗੁਰੂ ਦੀ ਬਾਣੀ, ਗੁਰੂ ਦੇ ਬੋਲ, ਗੁਰੂ ਦੇ ਉਪਦੇਸ਼ ਨੂੰ ਆਪਾਂ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਐਵੇਂ ਜੁੜ ਕੇ ਬੈਠੇ ਆ ਨਾ, ਇਹਨੂੰ ਸੰਗਤ ਕਹਿੰਦੇ ਆ, ਇਹਨੂੰ ਸਤ ਸੰਗਤ ਕਹਿੰਦੇ ਆ। ਇੱਕ ਹੁੰਦੀ ਸੰਗਤ, ਦੂਸਰੀ ਹੁੰਦੀ ਹੈ ਸਤ ਸੰਗਤ। ਸੰਗਤ ਤਾਂ ਮਾੜੀ ਚੰਗੀ ਹੋ ਸਕਦੀ ਹੈ, ਪਰ ਜਿਹੜੀ ਸਤ ਸੰਗਤ ਹੈ ਉਹ ਸਾਧ ਸੰਗਤ ਜੀ ਗੁਰੂ ਦੇ ਉਪਦੇਸ਼ ਨੂੰ ਪੜ੍ਹਨਾ, ਸੁਣਨਾ, ਜਪਣਾ, ਇਹਨੂੰ ਕਹਿੰਦੇ ਨੇ ਸਤ ਸੰਗਤ, ਸੱਚੀ ਸੰਗਤ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਜਿਹੜੇ ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੋ ਗਈ, ਵੱਡ ਭਾਗੀ ਸਾਧ ਸੰਗ ਪ੍ਰਾਪਤ। ਜਿਹੜੇ ਵੱਡਿਆਂ ਭਾਗਾਂ ਵਾਲਿਆਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਗਈ, ਜਿਹੜੇ ਸਾਧ ਸੰਗਤ ਦੇ ਵਿੱਚ ਬੈਠਣਾ ਸਿੱਖ ਗਏ, ਜਿਹੜੇ ਸਾਧ ਸੰਗਤ ਵਿੱਚ ਸੁਣਨਾ ਸਿੱਖ ਗਏ, ਜਿਹੜੇ ਸਾਧ ਸੰਗਤ ਦੇ ਵਿੱਚ ਸੁਣਿਆ ਹੋਇਆ ਮੰਨਣਾ ਸਿੱਖ ਗਏ, ਜਿਨ੍ਹਾਂ ਨੇ ਸਾਧ ਸੰਗਤ ਦੇ ਵਿੱਚ ਸੁਣਿਆ ਹੋਇਆ ਗੁਰੂ ਦਾ ਇੱਕ ਇੱਕ ਬੋਲ ਆਪਣੇ ਜੀਵਨ 'ਚ ਗ੍ਰਹਿਣ ਕਰ ਲਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤਿੰਨ ਭੇਟਤ, ਜਿਨ੍ਹਾਂ ਨੂੰ ਸਤ ਸੰਗਤ ਦਾ ਮਿਲਾਪ ਹੋ ਗਿਆ, ਜਿਹੜੇ ਮਨ ਕਰਕੇ ਗੁਰੂ ਦੇ ਨਾਲ ਸੰਗਤ ਵਿੱਚ ਜੁੜ ਗਏ, ਗੁਰੂ ਦੇ ਸ਼ਬਦ ਨਾਲ ਇੱਕ ਮਿਕ ਹੋ ਗਏ, ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਚਰਨਾਂ ਵਿੱਚ ਭੇਟ ਕਰ ਦਿੱਤਾ। ਮਨ ਨੂੰ ਗੁਰੂ ਚਰਨਾਂ ਵਿੱਚ ਭੇਟ ਕਰਨਾ ਸਾਧ ਸੰਗਤ ਦੀ ਸੌਖੀ ਗੱਲ ਨਹੀਂ ਹੈ। ਮਨ ਨੂੰ ਰੋਕਣਾ ਸਾਧ ਸੰਗਤ ਦੀ ਬਹੁਤ ਔਖਾ ਕੰਮ ਹੈ।
ਇਹ ਮਨ ਸਾਧ ਸੰਗਤ ਜੀ ਜਿਹੜਾ ਮਨ ਹੈ ਨਾ ਸਾਡਾ, ਇਹੋ ਮਨ ਸ਼ਕਤੀ, ਇਹੋ ਮਨ ਸੀਓ, ਇਹੋ ਮਨ ਪੰਜ ਤਤ ਕੋ ਜੀਓ। ਮਨ ਦੀ ਜਿਹੜੀ ਉਡਾਰ ਹੈ ਬੜੀ ਹੀ ਸਾਧ ਸੰਗਤ ਜੀ, ਸਪੀਡ ਜਿਹੜੀ ਮਨ ਦੀ ਬੜੀ ਤੇਜ਼ ਹੈ। ਸਰੀਰ ਬਾਅਦ ਚ ਪਹੁੰਚਦਾ, ਮਨ ਪਹਿਲਾਂ ਪਹੁੰਚ ਜਾਂਦਾ। ਇਹੋ ਮਨ ਉਡਨ ਪਖੇਰੂ ਬਨ ਕਾ, ਜਿਵੇਂ ਜੰਗਲਾਂ ਦੇ ਪੰਛੀ ਹੁੰਦੇ ਨੇ ਨਾ, ਜਿਨ੍ਹਾਂ ਦੀ ਉਡਾਰ ਬੜੀ ਤੇਜ਼ ਹੁੰਦੀ ਹੈ। ਇੱਕ ਡਾਲੀ ਤੋਂ, ਇੱਕ ਟਾਹਣੀ ਤੋਂ ਦੂਸਰੀ ਟਾਹਣੀ ਤੱਕ ਪਹੁੰਚਣ ਲੱਗਿਆਂ ਦੇਰ ਨਹੀਂ ਲਾਉਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਮਨ ਦੀ ਵੀ ਉਡਾਰ ਇਸੇ ਤਰ੍ਹਾਂ ਦੀ ਹੈ। ਇਹ ਨਹੀਂ ਪਤਾ ਇੱਕ ਸਕਿੰਟ ਦੇ ਵਿੱਚ ਕਿੱਥੇ ਪਹੁੰਚ ਜੇ, ਕੁਛ ਨਹੀਂ ਪਤਾ। ਕਈ ਵਾਰ ਬੈਠੇ ਸੰਗਤ ਚ ਹੁੰਦੇ ਆ, ਮਨ ਕਿਤੇ ਦਾ ਕਿਤੇ ਪਹੁੰਚਿਆ ਹੁੰਦਾ। ਮਨ ਦੀ ਉਡਾਰ ਬੜੀ ਤੇਜ਼ ਹੈ, ਪਰ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਮਨ ਨੂੰ ਰੋਕ ਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਗੁਰੂ ਅਰਜਨ ਸਾਹਿਬ ਜੀ ਦੇ ਬਚਨਾਂ ਤੇ ਜਿਨ੍ਹਾਂ ਨੇ ਪਹਿਰਾ ਦਿੰਦਿਆਂ ਸੰਗਤ ਦੇ ਵਿੱਚ ਆਪਣੇ ਮਨ ਨੂੰ ਰੋਕ ਕੇ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੰਗਤ ਦਾ ਗੁਣ ਐਡਾ ਵੱਡਾ, ਤਿੰਨ ਭੇਟਤ ਦੁਰਮਤ ਖੋਈ। ਜਿਹੜੇ ਸੰਗਤ ਦੇ ਵਿੱਚ ਮਨ ਕਰਕੇ ਸੰਗਤ 'ਚ ਮਿਲ ਗਏ ਨਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੰਗਤ ਦੇ ਵਿੱਚ ਮਿਲਿਆ ਉਹਨਾਂ ਦੀ ਭੈੜੀ ਮਤ ਦੂਰ ਹੋ ਜਾਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਵਿੱਚੋਂ ਦੁਰਮਤ ਨਿਕਲ ਜਾਂਦੀ, ਉਹਨਾਂ ਦੇ ਅੰਦਰ ਗੁਰਮਤ ਦਾ ਪ੍ਰਕਾਸ਼ ਹੋ ਜਾਂਦਾ। ਕਿੱਡਾ ਵੱਡਾ ਗੁਣ ਸੰਗਤ ਦਾ, ਜਿਹੜਾ ਕਿਤੇ ਨਹੀਂ ਲੱਭਦਾ। ਕੋਈ ਬੰਦਾ ਸਾਡੇ ਜੀਵਨ ਵਿੱਚੋਂ ਦੁਰਮਤ ਕੱਢ ਕੇ ਗੁਰਮਤ ਨਹੀਂ ਪਾ ਸਕਦਾ। ਇੱਕੋ ਇੱਕ ਗੁਰੂ ਸਾਹਿਬ ਜੀ ਨੇ ਸਤ ਸੰਗਤ ਬਣਾਈ। ਸਤਿਗੁਰੂ ਕਹਿੰਦੇ ਤੂੰ ਦੁਰਮਤ ਦਾ ਭਰਿਆ ਹੋਇਆ ਆਇਆ, ਇੱਥੋਂ ਗੁਰਮਤ ਦਾ ਭੰਡਾਰ ਲੈ ਕੇ ਜਾਏਗਾ ਜੇ ਸੰਗਤ ਦੇ ਵਿੱਚ ਮਿਲ ਜਾਏਗਾ। ਕਬੀਰ ਚੰਦਨ ਕਾ ਵਿਰਵਾ ਭਲਾ, ਬੇੜਿਓ ਢਾਕ ਪਲਾਸ। ओए भी चंदन होए रहे, बसे जो चंदन पास। चंदन कोल रहन वाले ढाक वर्गे, पलास वर्गे, निम वर्गे, ऐसे दरख्तां दे विचों भी चंदन दी खुशबू आण लग पैंदी है। जिहड़ी निम कौड़ी हुंदी, जिहदे पत्ते कौड़े, जिहदियां निमोलियां जिहड़ियां ओह कौड़ियां। भगत कबीर जी कहंदे ने ऐसी निम दे विचों भी चंदन दी खुशबू आउण लग पैंदी है। कारण की है? क्योंकि साध संगत जी चंदन दा गुण उन्होंने अपने अंदर धारण कर लिया। जेड़े दरख्तां ने चंदन दा गुण धारण कर लिया, उन्हां दरख्तां दे विचों चंदन दी खुशबू आउण लग पैंदी है। वो भी दरख्त चंदन दी खुशबू दे नाल चंदन दा रूप बन जाते ने। ते सतगुरु सच्चे पातशाह जी कहंदे जेड़ा मनुख गुरु दे शब्द नाल जुड़ गया, जेड़ा मनुख सेवा नाल जुड़ गया, उहदे जीवन दे विचों भी सेवा ते सिमरन दियां सुगंधियां आउण लग पैंदियां। जिवें बाबा रतन सिंह जी होए ने ना, जिन्हां दी याद च जुड़े आ आपां। बाबा रतन सिंह जी का जो आप जीवन वेखते हैं ना, साध संगत जी उन्होंने जीवन के विचों सेवा और सिमरन दियां खुशबूआं आउंदियां सी। सेवा की खुशबू, सिमरन की खुशबू। बाबा रतन सिंह जी वर्गे महापुरखों के जीवन के विचों इत्थों पता लगता सी कि उन्होंने गुरु दे चरनां विचों, गुरु दी संगत दे विचों नाम दी सुगंधी नूं अपने जीवन विच धारण कीता होया सी। जिहदे कोल वस्तु होवेगी उही दे सकदा है ना। जिहड़ा बंदा आप खाली है वो किसी नूं साथ नहीं की देवेगा। साडी जेब च जे पैसे ने तां ही आपां किसी नूं दे सकदे हां।
ਜੇ ਕੋਈ ਜੀਵਨ ਵਿੱਚ ਸਾਡੇ ਕੋਲ ਕੋਈ ਗੁਣ ਹੈ ਚੰਗਾ ਤਾਂ ਹੀ ਅਸੀਂ ਦੇ ਸਕਦੇ ਨਾ ਦੂਸਰੇ ਨੂੰ, ਤੇ ਜੇ ਸਾਡੇ ਕੋਲ ਕੁਝ ਹੈ ਹੀ ਨਹੀਂ ਦੂਸਰੇ ਨੂੰ ਕੀ ਦੇਵਾਂਗੇ। ਸਾਧ ਸੰਗਤ ਜੀ ਦਾ ਆਪਣਾ ਜੀਵਨ ਹੈ, ਜਿਹਦੇ ਜੀਵਨ ਦੇ ਵਿੱਚ ਸਾਧ ਸੰਗਤ ਜੀ ਸੇਵਾ ਹੈ, ਉਹ ਦੂਸਰੇ ਨੂੰ ਸੇਵਾ ਕਰਨ ਦਾ ਢੰਗ ਸਿਖਾ ਸਕਦਾ, ਦੂਸਰੇ ਨੂੰ ਸੇਵਾ ਕਰਨ ਦੀ ਜਾਂਚ ਸਿਖਾ ਸਕਦਾ। ਹੁਣ ਮੇਰੇ ਵਰਗੇ ਨੇ ਡੱਕਾ ਨਹੀਂ ਤੋੜਿਆ ਹੁੰਦਾ ਤੇ ਦੂਜਿਆਂ ਨੂੰ ਦੁਖੀ ਹੋ ਕਹਿੰਦਾ ਤੂੰ ਆਹ ਕਰ ਆਹ ਕਰ, ਤੇ ਉਹ ਵੀ ਵਿਚਾਰੇ ਉਹਦੇ ਵਰਗੇ ਹੀ ਹੁੰਦੇ ਆ, ਇੱਕ ਕੰਨ ਤੋਂ ਕੱਢ ਕੇ ਪਾ ਕੇ ਦੂਸਰੇ ਤੋਂ ਕੰਨ ਦੀ ਕੱਢ ਦਿੰਦੇ। ਤੇ ਜਿਹਨੇ ਆਪ ਸੇਵਾ ਕੀਤੀ ਹੈ, ਜਿਹਨੇ ਆਪ ਸੇਵਾ ਕੀਤੀ ਹੈ, ਤੇ ਜੇ ਉਹ ਇੱਕ ਬੋਲ ਬੋਲੇ ਨਾ ਕਿਸੇ ਨੂੰ ਵੀ ਆਹ ਸੇਵਾ ਕਰਨੀ ਤੇ ਭੱਜ ਭੱਜ ਸੇਵਾ ਕਰਦੇ ਆ। ਮਹਾਂਪੁਰਖਾਂ ਨੇ ਸਾਰਾ ਜੀਵਨ ਗੁਰੂ ਦੇ ਲੇਖੇ ਲਾਇਆ ਹੁੰਦਾ ਹੈ, ਸਾਰਾ ਜੀਵਨ ਸੇਵਾ ਵਿੱਚ, ਸਾਰਾ ਜੀਵਨ ਗੁਰਬਾਣੀ ਵਿੱਚ ਸਿਮਰਨ ਵਿੱਚ ਲਾਇਆ ਹੁੰਦਾ ਹੈ। ਤੇ ਜਿਹੋ ਜੀ ਵਸਤੂ ਉਹਨਾਂ ਨੇ ਇਕੱਠੀ ਕੀਤੀ ਹੁੰਦੀ ਹੈ, ਉਹੋ ਜੀ ਵਸਤੂ ਉਹ ਵੰਡਦੇ ਨੇ। ਤੇ ਬਾਬਾ ਰਤਨ ਸਿੰਘ ਜੀ ਉਹਨਾਂ ਨੇ ਨਾਮ ਦੀ ਔਰ ਸੇਵਾ ਦੀ ਵਸਤੂ ਇਕੱਠੀ ਕੀਤੀ, ਉਹੋ ਜੀ ਵਸਤੂ ਦੂਸਰਿਆਂ ਨੂੰ ਵੰਡੀ ਹੈ। ਗੁਰੂ ਸਾਹਿਬ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ, ਜਿਹੜੀ ਜਿਸ ਵਖਰ ਕੋ ਲੈਣ ਤੂੰ ਆਇਆ, ਵਖਰ ਕਹਿੰਦੇ ਨੇ ਵਸਤੂ ਨੂੰ, ਚੀਜ਼ ਨੂੰ, ਜਿਹੜੀ ਵਸਤੂ ਨੂੰ, ਜਿਸ ਵਖਰ ਨੂੰ ਤੂੰ ਲੈਣ ਵਾਸਤੇ ਸੰਸਾਰ 'ਚ ਆਇਆ, ਜਿਹੜੀ ਤੇਰੇ ਜੀਵਨ ਦਾ ਮੂਲ ਹੈ। ਸਾਡੇ ਜੀਵਨ ਦਾ ਮੂਲ ਧਨ ਦੌਲਤ ਨਹੀਂ ਹੈ, ਧਨ ਦੌਲਤ ਗੁਜਰਾਨ ਹੈ, ਜੀਵਨ ਦੇ ਨਿਰਵਾਹ ਵਾਸਤੇ ਹੈ। ਸਾਡੇ ਜੀਵਨ ਦਾ ਮੂਲ ਸਾਧ ਸੰਗਤ ਦੀ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਨਹੀਂ ਹਨ, ਇਹ ਜੀਵਨ ਦੇ ਨਿਰਵਾਹ ਵਾਸਤੇ ਹਨ। ਸਾਡੇ ਜੀਵਨ ਦਾ ਮੂਲ ਕੁਝ ਹੋਰ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਨਾਮ। ਸਾਡੇ ਜੀਵਨ ਦਾ ਮੂਲ ਹੈ ਅਸੀਂ ਉਹਦੇ ਨਾਲ ਜੁੜਨਾ ਜਿਸ ਤੋਂ ਟੁੱਟੇ ਹੋਏ ਹਾਂ। ਟੁੱਟੇ ਹੋਏ ਕਾਹਦੇ ਨਾਲ? ਆਪਣੇ ਆਪ ਨਾਲ ਟੁੱਟੇ ਹੋਏ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਜਿਹੜੀ ਚੀਜ਼ ਨਾਲ ਉਹ ਮਨੁੱਖ ਟੁੱਟਿਆ ਹੈ, ਉਹਦੇ ਨਾਲ ਜੁੜਨਾ ਹੀ ਜੀਵਨ ਦਾ ਮੂਲ ਹੈ। ਰੱਬ ਦੇ ਪਿਆਰੇ ਮਹਾਤਮਾ ਸਾਧੂ, ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਇਹੀ ਗੱਲ ਸਮਝਾਉਂਦੇ ਆ ਸਾਨੂੰ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਕਹਿੰਦੇ ਜਿਹੜੀ ਵਸਤੂ ਨੂੰ ਤੂੰ ਸੰਸਾਰ ਵਿੱਚ ਲੈਣ ਵਾਸਤੇ ਆਇਆ, ਉਹ ਕਿੱਥੋਂ ਮਿਲਦੀ ਹੈ? ਉਹ ਚੀਜ਼ ਕੀ ਹੈ? ਸਤਿਗੁਰੂ ਕਹਿੰਦੇ RAM ਨਾਮ, ਪਰਮੇਸ਼ਰ ਦੀ ਸਿਫਤ, ਪਰਮੇਸ਼ਰ ਦੀ ਸਲਾਹ, ਉਹਦੀ ਵਡਿਆਈ। RAM ਨਾਮ ਸੱਚੇ ਪਾਤਸ਼ਾਹ ਕਿਹੜੀ ਦੁਕਾਨ ਤੋਂ ਮਿਲਦਾ ਹੈ? ਨਾਮ ਕਿੱਥੋਂ ਮਿਲਦਾ ਹੈ? ਕੋਈ ਦੁਕਾਨ ਹੈ, ਕੋਈ ਐਸੀ ਹੱਟੀ ਹੈ ਜਿੱਥੋਂ ਨਾਮ ਮਿਲਦਾ ਹੈ? ਸਤਿਗੁਰੂ ਕਹਿੰਦੇ RAM ਨਾਮ ਕਿੱਥੋਂ ਮਿਲਦਾ ਹੈ ਜੀ? ਸੰਤਨ ਘਰ ਪਾਇਆ, ਰੱਬ ਦੇ ਪਿਆਰਿਆਂ ਦੇ ਘਰੋਂ ਮਿਲਦਾ ਹੈ। ਤੇ ਰੱਬ ਦੇ ਪਿਆਰਿਆਂ ਦਾ ਘਰ ਕੀ ਹੈ ਜੀ? ਰੱਬ ਦੇ ਪਿਆਰੇ ਕਿੱਥੇ ਰਹਿੰਦੇ ਨੇ? ਰੱਬ ਦੇ ਪਿਆਰੇ ਰਹਿੰਦੇ ਨੇ ਸੰਗਤ ਵਿੱਚ। ਆਖੋ ਸਤਨਾਮ ਵਾਹਿਗੁਰੂ। ਕਹਿੰਦੇ RAM ਨਾਮ ਸੰਤਨ ਕਰ ਪਾਇਆ, ਰੱਬ ਦੇ ਪਿਆਰਿਆਂ ਦੇ ਘਰੋਂ ਐਸੀ ਵਸਤੂ ਮਿਲਦੀ ਹੈ ਜਿਸ ਵਸਤੂ ਨੂੰ ਅਸੀਂ ਜੀਵਨ ਵਿੱਚ ਲੈਣ ਵਾਸਤੇ ਆਏ ਆ। ਉਹ ਵਸਤੂ ਕੀ ਹੈ? ਪਰਮੇਸ਼ਰ ਦੀ ਸਿਫਤ। ਉਹ ਮਿਲਦੀ ਹੈ ਸੰਗਤ ਵਿੱਚੋਂ। ਸੰਗਤ ਵਿੱਚੋਂ ਸਾਧ ਸੰਗਤ ਜੀ ਰੱਬ ਦੇ ਪਿਆਰੇ, ਉਹ ਵਸਤੂ ਜਿਨ੍ਹਾਂ ਨੇ ਇਕੱਤਰ ਕੀਤੀ ਹੁੰਦੀ ਹੈ, ਜਿਨ੍ਹਾਂ ਨੇ ਉਸ ਵਸਤੂ ਨੂੰ ਇਕੱਠਾ ਕੀਤਾ ਹੁੰਦਾ ਹੈ, ਉਹ ਰੱਬ ਦੇ ਪਿਆਰੇ ਗੁਰਮੁਖ ਸਾਨੂੰ ਉਹ ਵਸਤ ਦੇਣ ਵਿੱਚ ਸਹਾਈ ਹੁੰਦੇ ਹੈ।
ਜਿਹੜੀ ਵਸਤੂ ਨੂੰ ਲੈਣ ਤੂੰ ਆਇਆ, ਮਿਲਦੀ ਐ ਸਾਧੂਆਂ ਤੋਂ। ਜਿਹੜੀ ਵਸਤੂ ਨੂੰ ਲੈਣ ਲਈ ਆਇਆ, ਮਿਲਦੀ ਐ ਸਾਧੂਆਂ ਤੋਂ। ਜਿਹੜੀ ਵਸਤੂ ਨੂੰ ਲੈਣ ਲਈ ਆਇਆ, ਮਿਲਦੀ ਐ ਸਾਧੂਆਂ ਤੋਂ। ਜਿਹੜੀ ਵਸਤੂ ਨੂੰ ਲੈਣ ਨੂੰ ਆਇਆ, ਮਿਲਦੀ ਐ ਸਾਧੂਆਂ ਨੂੰ। ਮਿਲਦੀ ਐ ਜੀ ਸਾਧੂਆਂ ਤੋਂ, ਮਿਲਦੀ ਐ ਜੀ ਸਾਧੂਆਂ ਤੋਂ। ਮਿਲਦੀ ਐ ਜੀ ਸਾਧੂਆਂ ਤੋਂ। ਮਿਲਦੀ ਐ ਜੀ ਸਾਧੂਆਂ ਤੋਂ। ਜਿਹੜੀ ਵਸਤੂ ਨੂੰ ਲੈਣ ਲਈ ਆਇਆ, ਮਿਲਦੀ ਐ ਸਾਧੂਆਂ ਤੋਂ। ਜਿਹੜੀ ਵਸਤੂ ਨੂੰ ਲੈਣ ਤੂੰ ਆਇਆ, ਮਿਲਦੀ ਐ ਸਾਧੂਆਂ ਤੋਂ। ਜਿਹੜੀ ਵਸਤੂ ਨੂੰ ਲੈਣ ਤੂੰ ਆਇਆ, ਮਿਲਦੀ ਐ ਸਾਧੂਆਂ ਤੋਂ। ਜਿਹੜੀ ਵਸਤੂ ਨੂੰ ਲੈਣ ਤੂੰ ਆਇਆ, ਮਿਲਦੀ ਐ ਸਾਧੂਆਂ ਤੋਂ। ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਕਰ ਪਾਇਆ। ਜਿਹੜੀ ਪਰਮੇਸ਼ਰ ਦੀ ਵਡਿਆਈ ਰੂਪ ਵਸਤੂ ਨੂੰ ਜੀਵਨ ਵਿੱਚ ਲੈਣ ਆਏ ਆ, ਉਹ ਗੁਰਮੁਖ ਪਿਆਰਿਆਂ ਦੇ ਘਰੋਂ ਮਿਲਦੀ ਹੈ। ਤੇ ਸਾਧ ਸੰਗਤ ਜੀ ਮਿਲਦੀ ਕਿਵੇਂ ਹੈ, ਗੁਰੂ ਸਾਹਿਬ ਨੇ ਇਹ ਵੀ ਦੱਸਿਆ। ਸਤਿਗੁਰੂ ਕਹਿੰਦੇ ਤਾਜ ਅਭਿਮਾਨ ਲਿਹੋ ਮਨ ਮੋਲ। ਕਿਵੇਂ ਮਿਲਦੀ ਹੈ ਜੀ? ਕਹਿੰਦੇ ਅਭਿਮਾਨ ਨੂੰ ਛੱਡ ਕੇ ਮਿਲਦੀ ਹੈ। ਜੇ ਬਾਬਾ ਰਤਨ ਸਿੰਘ ਜੀ ਉਹਨਾਂ ਨੇ ਉਹ ਵਸਤੂ ਪ੍ਰਾਪਤ ਕੀਤੀ ਨਾ, ਉਹਨਾਂ ਨੇ ਅਭਿਮਾਨ ਛੱਡਿਆ। ਮੈਂ ਉਹਨਾਂ ਨੂੰ ਸਾਧ ਸੰਗਤ ਜੀ ਮਿਲਿਆ, ਉਹਨਾਂ ਦੇ ਦਰਸ਼ਨ ਕੀਤੇ ਬਾਬਾ ਰਤਨ ਸਿੰਘ ਜੀ ਉਹਨਾਂ ਦੇ, ਬੜੇ ਨੇੜਿਓਂ ਦਰਸ਼ਨ ਕੀਤੇ। ਉਹਨਾਂ ਦੇ ਸਾਧ ਸੰਗਤ ਦੀ ਲੱਕ ਨੂੰ ਸਦਾ ਕਮਰ ਕਸਾ ਲੱਗਿਆ ਹੁੰਦਾ ਸੀ। ਕਮਰ ਕਸਾ ਉਹਨਾਂ ਦੇ ਲੱਕ ਨੂੰ ਸਦਾ ਲੱਗੇ ਹੀ ਰਹਿੰਦਾ ਸੀ। ਕਮਰ ਕਸੇ ਤੋਂ ਭਾਵ ਹੈ ਵੀ ਇਹ ਉਦਮੀ ਹੈ ਬੰਦਾ। ਕਮਰ ਕਸੇ ਤੋਂ ਭਾਵ ਹੈ ਨਾ ਵੀ ਉਦਮੀ ਬੰਦਾ ਹੈ, ਇਹ ਵਿਹਲਾ ਖਾਣ ਵਾਲਾ ਨਹੀਂ। ਅੱਜ ਦੁਨੀਆ ਦੇ ਅੰਦਰ ਵਿਹਲੇ ਖਾਣ ਵਾਲੇ ਬਹੁਤ ਨੇ, ਜਿਨ੍ਹਾਂ ਨੇ ਜੀਵਨ ਚ ਕੀਤਾ ਤਾਂ ਕੁਝ ਨਹੀਂ। ਵੱਡੀਆਂ ਵੱਡੀਆਂ ਗੱਡੀਆਂ, ਵੱਡੇ ਵੱਡੇ ਸਥਾਨ, ਡੇਰੇ ਬਣ ਗਏ, ਪਰ ਉਹ ਸਾਧ ਸੰਗਤ ਦੀ ਕਮਾਈ ਨਾ ਕੀਤੀ ਜਿਸ ਕਮਾਈ ਨੂੰ ਕਰਨ ਦੀ ਲੋੜ ਸੀ। ਸਾਧ ਸੰਗਤ ਜੀ ਜਿਨ੍ਹਾਂ ਨੇ ਪਰਮੇਸ਼ਰ ਪਾਇਆ ਹੈ, ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਨੇ ਤਾਂ ਲੁਕੋ ਕੇ ਰੱਖਿਆ ਹੈ। ਜਿਨ ਹਰ ਪਾਇਓ ਤਿਨੈ ਛਪਾਇਓ। ਤੇ ਫਰੀਦ ਸਾਹਿਬ ਵਰਗੇ ਤਾਂ ਕਹਿੰਦੇ ਨੇ, ਕਹਿੰਦੇ ਹੋਨ ਨਜੀਕ ਖੁਦਾਏ ਦੇ, ਹੋਨ ਨਜੀਕ ਖੁਦਾਏ ਦੇ, ਭੇਤ ਨਾ ਕਿਸੈ ਦੇਨ। ਉਹ ਭੇਦ ਨਹੀਂ ਦਿੰਦੇ। ਤੇ ਉਹਨਾਂ ਦੇ ਸਦਾ ਹੀ ਕਮਰ ਕਸਾ ਲੱਗਿਆ ਹੁੰਦਾ ਰਹਿੰਦਾ ਸੀ। ਨਿਸ਼ਾਨੀ ਬਈ ਉਦਮੀ ਨੇ। ਲੰਗਰਾਂ 'ਚ ਸੇਵਾ, ਖੇਤਾਂ 'ਚ ਸੇਵਾ। ਸਾਧ ਸੰਗਤ ਜੀ ਪਹਿਲਾ ਜੀਵਨ ਮਹਾਂਪੁਰਖਾਂ ਦਾ, ਕਹਿੰਦੇ ਨਗਰਾਂ ਦੇ ਵਿੱਚੋਂ, ਪਿੰਡਾਂ ਦੇ ਵਿੱਚੋਂ ਗਜਾ ਇਕੱਠੀ ਕਰਕੇ ਨਾ, ਗਜਾ ਇਕੱਠੀ ਕਰਕੇ ਡਾਲੀ, ਪ੍ਰਸ਼ਾਦੇ, ਦੁੱਧ ਇਕੱਠੇ ਕਰਕੇ ਮਹਾਂਪੁਰਖਾਂ ਨੇ ਨਗਰਾਂ ਨਗਰਾਂ 'ਚ ਘੁੰਮਣਾ, ਸਾਰਾ ਪ੍ਰਸ਼ਾਦਾ ਤੇ ਦੁੱਧ ਇਕੱਠਾ ਕਰਕੇ ਲੈ ਕੇ ਕਿੱਥੇ ਜਾਂਦੇ ਸੀ ਪਤਾ? ਸਾਰੀ ਗਜਾ ਕਰਕੇ ਪ੍ਰਸ਼ਾਦੇ ਤੇ ਦੁੱਧ ਇਕੱਠਾ ਕਰਕੇ ਲੈ ਕੇ ਕਿੱਥੇ ਜਾਣਾ? ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਜਾਣਾ। ਉਹ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੀ, ਜਿਸ ਧਰਤੀ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਭਾਗ ਲਾਏ, ਜਿਸ ਧਰਤੀ ਨੂੰ ਗੁਰੂ ਕਲਗੀਧਰ ਮਹਾਰਾਜ ਜੀ ਨੇ
ਸਾਧ ਸੰਗਤ ਜੀ ਪ੍ਰਫੁੱਲਤ ਕੀਤਾ ਜਿਸ ਧਰਤੀ ਤੇ ਗੁਰੂ ਕਲਗੀਧਰ ਜੀ ਨੇ ਆਨੰਦ ਵਰਤਾਇਆ। ਬਾਬਾ ਰਤਨ ਸਿੰਘ ਜੀ ਉਹਨਾਂ ਨੇ ਪਹਿਲਾਂ ਅਣਥੱਕ ਸੇਵਾ ਕੀਤੀ ਨਾ, ਆਪਣੇ ਪਿੰਡਾਂ ਦੇ ਵਿੱਚੋਂ ਪ੍ਰਸ਼ਾਦਾ ਤੇ ਦੁੱਧ ਇਕੱਠਾ ਕਰਨਾ, ਆਪਣੇ ਘਰ ਵਾਸਤੇ ਨਹੀਂ, ਕਿਤੇ ਹੋਰ ਵੇਚਣ ਵਾਸਤੇ ਨਹੀਂ, ਸਾਰਾ ਦੁੱਧ ਤੇ ਪ੍ਰਸ਼ਾਦੇ ਇਕੱਠੇ ਕਰਕੇ ਕਹਿੰਦੇ ਬਾਬਾ ਰਤਨ ਸਿੰਘ ਜੀ ਉਹਨਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਰੋਜ਼ ਦੀ ਰੋਜ਼ ਪਹੁੰਚਾਉਣੇ। ਜਾਣਾ ਕਾਹਦੇ ਤੇ? ਰੇਲ ਗੱਡੀ ਤੇ, ਇਕੱਠੇ ਕਰਕੇ ਰੇਲ ਗੱਡੀ ਤੇ ਚੜ੍ਹ ਕੇ ਜਾਣਾ, ਉੱਥੇ ਲੰਗਰਾਂ ਦੇ ਵਿੱਚ ਪ੍ਰਸ਼ਾਦਾ ਤੇ ਦੁੱਧ ਛੱਡਣਾ। ਕੋਈ ਤਨਖਾਹ ਤੇ ਨਹੀਂ ਸੀ, ਪੇਟ ਨਹੀਂ ਸਨ, ਤਨਖਾਹ ਤੇ ਨਹੀਂ ਸਨ, ਕੋਈ ਸੈਲਰੀ ਨਹੀਂ ਸੀ ਦਿੰਦਾ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਪਤਾ ਸੀ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। गुर के ग्रह सेवक जो रहे, गुरु की आज्ञा मन में सह, आप सको कर कश ना जनावै, हर हर नाम हृदय सद ध्यावै। ते अगे गुरु साहब कहते मन विच सतगुर के पास तिस सेवक के कारज रास, जिन्हां ने अपना मन भेंट करता। गुरु अमरदास जी नूं पढ़दे हैं ना रोज, गुरु अमरदास जी कहते तन मन धन सब सौंप गुर को। असीं अज तक दिता की है गुरु नूं? 10 रुपए गुरु दे अगे रख के साध संगत जी किन्ना कुछ मंग लैने, किन्ना कुछ। पर गुरु अमरदास जी कहते सिख तां तन मन धन गुरु नूं भेंट करके भी पिछे नहीं हटदा, फिर भी कहते हुक्म मन्ने पाई है। सारा कुछ दे के, असी पखा दे के ना, पखा दे के नाले उत्ते नां लिखाता अपना, सारी जिंदगी जदों तक मरदे नहीं, जदों तक पखा बेचारा किते डैड ना हो जाए, उदों तक उस पखे दे गुण गाई जाने। आपां पालकी साहब दे गुण गाई जाने, मैं दित्ती सी, मैं दित्ती सी। जेड़ी भेंट चीज कीती असीं गुरु घर च रहंदे जीवन तक उहदियां ही साथ संगत सिफतां करी जावांगे लोगां कोल। आ जमीन होर ने थोड़ा दित्ती सी, इत्थे मैं दित्ती सी। आ जिन्ने पखे लगे लंगरां च मैं दित्ते आ सारे। पर साध संगत जी गुरु अमरदास कहते गुरु का सिख तन मन धन सब सौंप गुर को। तन मन धन गुरु नूं दे के भी, वैसे तो तन मन धन गुरु नूं अर्पण करना कोई छोटी मोटी गल नहीं है। 3 चीज़ां ने तन मन धन, बड़ा औखा है किसी को देना तन मन धन। फिर तन मन धन कोई दे भी दूगा, कहते वो दे के फिर मान नहीं जाता, मान नहीं जाता। पर श्री गुरु ग्रंथ साहिब महाराज गुरु अमरदास जी कहते गुरु के सिख का जीवन किहो जाए, तन मन धन गुरु नूं भेंट करके भी इन्ना निमाणा रहिंदा है, इन्ना नीवा रहिंदा है। कहते हुक्म मन्ने पाई है, तन मन धन गुरु नूं भेंट करके भी गुरु का प्यारा, गुरु दे हुक्म तो एक रंचक मात्र भी इधर उधर नहीं जाता, फिर भी गुरु नूं सारा कुछ भेट के गुरु दे हुक्म च ही रहिंदा है। किड्डी वड्डी अवस्था, किड्डी बड़ी अवस्था है। ते साध संगत जी बाबा रतन सिंह जी उन्होंने कोई तनख्वाह नहीं लैनी, कोई इच्छा नहीं रखनी मन विच, क्योंकि उन्होंने पता सी, क्योंकि वो जानते सी कि गुरु की सेवा विच सारियां बरकतां ने, सारियां रहमतां गुरु की सेवा च। इत्थों प्रशादा संगतां वास्ते दुध एकत्र करना, श्री आनंदपुर साहब के लंगरां दे विच रोजाना बाबा रतन सिंह जी उन्हीं आप साध संगत जी लैके जाते होंदे सी।
फिर कोई रंचक मात्र भी उन्होंने मन दे विच कोई ऐसा मान नहीं, ऐसी हौमे हंकार वाली गल नहीं। वो तो साध संगी जिमें पानी नीवे पासे तुरदा है ना, पानी नूं जिथों मर्जी छड़ दे नीवे पासे नूं जाऊगा। जिस दरख्त नूं फल लग जाण वो फल नीवा होना शुरू हो जाता है। गुरमुख प्यारे भी बंदगी कर करके ਆਪਾਂ ਅਰਦਾਸ ਦੇ ਵਿੱਚ ਜੋ ਜ਼ਿਕਰ ਕਰਦੇ ਆ ਨਾ, ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਸਿੱਖਾਂ ਦਾ ਮਨ ਨੀਵਾ ਤੇ ਸਿੱਖਾਂ ਦੀ ਮਤ ਉੱਚੀ। ਗੁਰਮੁਖ ਪਿਆਰੇ ਬੰਦਗੀ ਕਰਕੇ ਸੇਵਾ ਸਿਮਰਨ ਕਰਕੇ ਗੁਰੂ ਦੇ ਨੇੜੇ ਹੋ ਕੇ ਗੁਰੂ ਦੇ ਬਚਨਾਂ ਤੇ ਪਹਿਰਾ ਦੇ ਕੇ ਤਨ ਮਨ ਧਨ ਗੁਰੂ ਨੂੰ ਅਰਪਣ ਕਰਕੇ गुरु दे हुक्म दे विच गुरु दी रजा विच अपने जीवन दे कल्ले कल्ले साह नूं ला के कहंदे अपनी मत नूं उच्ची कर लैंदे है ते अपने मन नूं नीवा कर लैंदे है। जिन्ने दरख्त दा फैलाव वड्डा होएगा ना उन्नियां उहदियां जड़ां डूंघियां होणगीआं। कदे नहीं वेखिया भी दरख्त तां बहुत फलिया होया है उहदी जड़ है ही नहीं। जदों भी वेखांगे जिस दरख्त का जिन्ना वड्डा फैलाव है उहदी जड़ उन्नी डूंगी होएगी, उहदी जड़ का भी फैलाव उड्डा वड्डा होएगा। ते जेड़े गुरसिख दे जेड़े महात्मा दे जीवन दे विच सेवा है सिमरन है जिहदियां यादां अज दुनिया मना रही है उहदे पिछे उहदी जड़ मजबूत है बई, उहदी जड़ डूंगी है, उहदी जड़ का फैलाव बहुत वड्डा है। उहदी जड़ की है? उहदी जड़ है साध संगत जी गुरु का उपदेश। वो गुरु की उपदेश की जड़ नाल जुड़िया गुरसिख संसार दे विच किन्नियां वड्डियां वड्डियां मल्लां मार लैंदा है पर फिर भी अपनी जड़ नाल जुड़िया रहिंदा है। ऐसा ही जीवन बाबा रतन सिंह जी उन्हां दा सी। फिर लंगरां दी अणथक सेवा, फिर साध संगत जी आस्थान गुरुद्वारा जाग तख्त साहिब इत्थे महापुरख जीवन काल च रहे सारी जिंदगी साध संगत जी बंदा सरकारी नौकरी करदा ना जिहड़ा बंदा कुछ उम्र तो बाद वो बंदा रिटायर कर दिता जाता है, सेवा मुक्त कर दिता जाता है। हुण इहदी उम्र नहीं रही काम करन दी, उहनूं रिटायर कर दिता जाता है। 60 सालां बाद वो मनुख सेवा मुक्त हो के घर बह जाता है, नौकरी तो सेवा मुक्त हो जाता है। ते साध संगत जी ते रब दे प्यारियां दी तो साध संगत जी जिहड़ी ड्यूटी है ना वो रहते जीवन तक चलती हो रहिंदी है, ये नहीं मुकदी। अब बाबा राम सिंह जी बैठे ने, साध संगत जी नूं 3 दिन हो गए चज नाल सौं के नहीं वेखिया। 3 दिन हो गए इन्हां नूं, मेरा ख्याल है वध ही हो गए होणगे, पर 3 दिन तक घट्टो घट्ट हो गए चज नाल सौं के आराम करके नहीं वेखिया। क्यों कारज ही एडा वड्डा आ जिहड़े पकौड़े खा रहे हैं, जिहड़ियां वस्तुआं खा रहे हैं, जिस पंडाल च बैठे हैं, जो भी वेख रहे हैं, सारियां तैयारियां इन्हां ने साध संगत जी भुख ते नींद का त्याग करके कीतियां ने और चाह नाल कीतियां ने। चाह नाल क्यों कीतियां? क्योंकि उन्हां दी याद मनाउणी जिन्हां दे चरनां च रह के सेवा कीती है, ते जिन्हां दे चरनां च रह के किसी ने सेवा कीती होए, जिन्हां दे चरनां च रह के आनंद माणिया होवे, ते उन्हां दी याद मनाउण लगिया उस मनुख नूं फिर इउं लगदा है कि कोई घाट ना रह जे, कोई ऊणता ही ना रह जे। क्योंकि चाह हुंदा है, जिवें विआह हुंदा है अपने घर च आपां हुंदा ना, आपां नूं भी कोई रह ना जावे कुछ। एवें साध संगत जी ਜਿਹੜੇ महापुरखों दी यादां मनाउंदे ने ना प्यार नाल, उन्हां दे अंदर ऐसा न्यो हुंदा है
ਉਹ ਸੋਚਦੇ ਵੀ ਕੋਈ ਘਾਟ ਨਾ ਰਹਿ ਜੇ। ਫਿਰ ਜਿਹੜੇ ਸਾਧ ਸੰਗਤ ਸੋਚਦੇ ਵੀ ਕੋਈ ਘਾਟ ਨਾ ਰਹਿ ਜੇ, ਉਹਨਾਂ ਨੂੰ ਭੁੱਖ ਤੇ ਨੀਂਦ ਕਿੱਥੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਭਾਈ ਵੀਰ ਸਿੰਘ ਜੀ ਕਹਿੰਦੇ ਜਿਨ੍ਹਾਂ ਦੇ ਸੀਨੇ ਨੇ ਖਿੱਚ ਖਾ ਲਈ, ਜਿਨ੍ਹਾਂ ਦੇ ਸੀਨੇ ਖਿੱਚੇ ਗਏ ਨੇ ਕਿਸੇ ਪ੍ਰਤੀ, ਕਹਿੰਦੇ ਫਿਰ ਉਹ ਆਰਾਮ ਨਾਲ ਨਹੀਂ ਬਹਿੰਦੇ। ਉਹ ਫਿਰ ਸਾਧ ਸੰਗਤ ਜੀ ਉਹ ਫਿਰ ਕਮਰ ਕੱਸ ਕੇ ਹੀ ਰੱਖਦੇ ਨੇ। ਸਾਧ ਸੰਗਤ ਜੀ ਬਾਬਾ ਰਤਨ ਸਿੰਘ ਉਹਨਾਂ ਨੇ ਸਾਰੀ ਜ਼ਿੰਦਗੀ ਕੋਈ ਰਿਟਾਇਰਮੈਂਟ ਨਹੀਂ, ਜੀਵਨ ਦਾ ਅਖੀਰਲਾ ਸਾਹ ਵੀ ਸਾਧ ਸੰਗਤ ਜੀ ਸੇਵਾ ਸਿਮਰਨ ਦੇ ਵਿੱਚ ਲਾ ਕੇ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ज्योति जोत रली संपूर्ण थिया राम, ज्यों जल में जलियाए खटाना, त्यों ज्योति संग जोत समाना। इस तरह दुनिया दे विच रहिंदे आ, संसार च रहिंदे आ, उन्हां महापुरखां ने अपना अखीरला साह भी सेवा सिमरन करदियां कढिया। ताइयों भाई गुरदास जी ने ऐसे गुरसिखां ताई महात्मा ताई बचन कीता, गुरमुख जन्म सवार दरगह चलिया। ऐसे महापुरख अपना जीवन ही नहीं अनेकां दा जीवन सवार के जाते हैं। साध संगत जी महापुरखां दा कारज ही ऐसा है, वो आप ही नहीं सवारते अपना जीवन, वो अनेकां दा जीवन सवार के जाते हैं। क्योंकि महापुरख ऐसे जहाज ने जिवें वड्डा जहाज हज़ारां सैकड़े हज़ारां लखां बंदियां नूं लैके भी साध संगत जी समुंदर च चला जाता है। वड्डा शिप, वड्डा समुंदरी जहाज लखां बंदियां नूं मणां दा मण भार लद के भी साध संगत जी एक किनारे तो समुंदर के दूसरे किनारे चला जाता है। रब दे प्यारे बंदगी करन वाले, सेवा सिमरन करन वाले भी पता नहीं किन्नियां दा भला करके संसार तो जाते हैं। सतगुरु सच्चे पातशाह जी कहते, गुरु अर्जन देव महाराज कहते ऐसे प्यारिਆਂ ਨੂੰ सदा नमस्कार है। सो समाप्ति है दास दी, होर भी जथे आए ने उन्हां तो आपां लाहा प्राप्त करना है। श्रीमान संत बाबा राम सिंह जी जो कि बड़ा प्यार बख्शते हैं, 2-3 सालों तो इन्हां महापुरखां दे नाल सांझ बनी है। सो पहला मैं जानता तो सी इन्हां नूं, पर कदे मिलाप नहीं सी होया। 3 साल होए ने, सो इन्हां दे नाल सांझ बनी नूं बड़ा प्यार बख्शते ने। जदों भी साध संगत जी कोई ऐसा कारज हुंदा है उदों फोन कर दिंदे ने। सो इन्हां दे हुक्म नूं मंनदियां होइयां दास ने हाजरी भरी है। बेअंत भुल्लां हाजरी भरदियां हो जांदियां, गुरु साहब जी दी बाणी पढ़दियां सुणदियां। मनुख साध संगत जी अलपग जीव है, गुरु जी सरबग हन। सो सतगुरु रहमतां करन होइयां भुल्लां ना चितारदे होए गुरबाणी दे साध संगत जी समुंदर दे विचों कुछ ना कुछ किणका साडे जीवन च वसे, तां जो साडा भी पार उतारा हो सके। श्रीमान संत बाबा रतन सिंह जी उन्हां दी पावन पवित्र वरसी उन्हां दी याद हर साल दी तरह बाबा राम सिंह जी संगतां दे सहयोग दे नाल इस अस्थान गुरुद्वारा बीड़ साहिब विखे हर साल बड़ी धूमधाम नाल दे नाल मनाउंदे हन। संगतां सहयोग दिंदियां ने, बड़ी गिणती विच संगतां हाजरी भरदियां हन भाई। सो आपां उस समागम दे विच हाजरियां भर रहे हां। महापुरख अपना जीवन ही नहीं, गुरु अर्जन देव महाराज कहंदे होरनां दा भी जीवन बना के जांदे ने। धन 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 जन आया, जिस प्रसाद सब जगत तराया। जन आवन का एह सुआओ, जन कै संग चित आवे नाओ। आप मुक्त मुक्त करे संसार, नानक तिस जन को सदा नमस्कार। ऐसे गुरमुख प्यारे, ऐसे महात्मा साधु जन, बाणी पढ़न वाले, सेवा करन वाले आप भी मुक्त होके जाते ने ते होरनां नूं भी मुक्त साध संगत जी कर दिंदे ने, उन्हां दा जीवन भी सुधार दिंदे ने। सो ऐसा जीवन ही बाबा रतन सिंह जी उन्हां दा होया है, जिन्हां दी याद च जुड़े हाँ। आओ महापुरखां दे जीवन तो और गुरु जी की बाणी तो सेध लैके अपना भी जीवन बनाइए, नशियां तो मुक्त होइए, चंगा जीवन सिरजीए। अपने बच्चियां नूं गुरबाणी दे लड़ लाओ, अपने बच्चियां नूं इतिहास नाल जोड़ो, अपने बच्चियां नूं सेध दिओ।
ਤਾਂ ਜੋ ਸਾਡੇ ਬੱਚੇ ਜੀਵਨ ਕਾਲ ਦੇ ਵਿੱਚ ਗੁਰਸਿੱਖੀ ਨਾਲ ਜੁੜ ਕੇ ਸਾਡਾ ਵੀ ਔਰ ਕੌਮ ਦਾ ਨਾਂ ਰੌਸ਼ਨ ਕਰਨ। ਸੋ ਐਸੀ ਹੀ ਸੇਧ ਗੁਰੂ ਜੀ ਦੀ ਬਾਣੀ ਤੋਂ ਲਈਏ। ਗੁਰ ਮਿਲ ਚੱਜ ਆਚਾਰ ਸਿੱਖ, ਉਦ ਕਦੇ ਨਾ ਲੱਗੇ ਦੁੱਖ। ਗੁਰੂ ਜੀ ਦੀ ਬਾਣੀ ਤੋਂ ਸੇਧ ਲਈਏ, ਮਹਾਂਪੁਰਖਾਂ ਦੀ ਯਾਦ ਵਿੱਚ ਜੁੜੇ ਹਾਂ। ਸੋ ਹੋਈਆਂ ਭੁੱਲਾਂ ਦੀ ਖਿਮਾ, ਇੱਕ ਧਾਰਨਾ ਪੜ੍ਹ ਕੇ ਫਿਰ ਦਾਸ ਦੀ ਸਮਾਪਤੀ ਹੈ ਜੀ। ਆਪ ਆਏ ਸੀ ਹੋਰਨਾਂ ਨੂੰ ਲੈ ਗਏ ਤਾਰ ਕੇ, ਆਏ ਸੀ ਮਲਾ ਬਣ ਕੇ, ਆਪ ਤਰ ਕੇ ਲੱਖਾਂ ਨੂੰ ਲੈ ਗਏ ਤਾਰ ਕੇ, ਆਏ ਸੀ ਮਲਾ ਬਣ ਕੇ। ਤਰ ਕੇ ਲੱਖਾਂ ਨੂੰ ਲੈ ਗਏ ਤਾਰ ਕੇ, ਆਏ ਸੀ ਮਲਾ ਬਣ ਕੇ। ਆਪ ਤਾਰ ਕੇ ਲੱਖਾਂ ਨੂੰ ਲੈ ਗਏ ਤਾਰ ਕੇ, ਆਏ ਸੀ ਮਲਾ ਬਣ ਕੇ। ਆਪ ਤਾਰ ਕੇ ਲੱਖਾਂ ਨੂੰ ਲੈ ਗਏ ਤਾਰ ਕੇ, ਆਏ ਸੀ ਮਲਾ ਬਣ ਕੇ। ਸੰਤ ਸਹਾਈ ਜੀ ਭਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ। ਆਓ ਉਹਨਾਂ ਮਹਾਂਪੁਰਖਾਂ ਦੇ ਭਾਈ ਪੂਰਨਿਆਂ ਤੇ ਚੱਲੀਏ। ਗੁਰਬਾਣੀ ਸੇਵਾ ਸਿਮਰਨ ਨਾਲ ਜੁੜ ਕੇ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭਾਪੇ ਵੇਲੇ। ਬਾਬਾ ਰਾਮ ਸਿੰਘ ਜੀ ਦਾ ਔਰ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ। ਆਓ ਫਤਿਹ ਦੀ ਸਾਂਝ ਪਾਓ, ਗਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।